ਨਾਮ ਅਭਿਆਸ ਦੀ ਗੁਰਮਤਿ ਜੁਗਤੀ। ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਜਪੋ ਤਾ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਰਹਾਓ ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨ ਆਵੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਦ ਅੰਮ੍ਰਿਤ ਪਾਵੋ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੈ। ਕਹਿੰਦੇ ਕਹੈਂ ਕਹੇ ਕਹਿ ਜਾਵੈਂ, ਤੁਮ ਸਰ ਅਵਰ ਨ ਕੋਈ। ਭਗਤ ਹੀਣ ਨਾਨਕ ਜਨ ਜੰਪੈ, ਹਉ ਸਾ ਲਾਹੀ ਸੱਚਾ ਸੋਈ। ਵਿਆਖਿਆ। ਇਸ ਗੁਰਵਾਕ ਦੀ ਅਸਥਾਈ ਦੀ ਤੁਕ ਦੱਸਦੀ ਹੈ ਕਿ ਇੱਕ ਨਾਮ ਜਾਪ ਅਭਿਆਸ ਰੂਪੀ ਕਮਾਈ ਤੋਂ ਬਿਨਾਂ ਹੋਰ ਸਭੇ ਹੀ ਕੰਮ ਕਰਮ ਨਿਸਫਲ ਹਨ, ਤਾਂ ਤੇ ਨਾਮ ਅਭਿਆਸ ਕਮਾਈ ਰੂਪੀ ਕਰਮ ਸਿਰ ਕਰਮਨ ਕੇ ਕਰਮ ਹੈ। ਨਾਮ ਅਭਿਆਸ ਕਮਾਈ ਰੂਪੀ ਕਰਮ ਕਰਨ ਤੋਂ ਪਹਿਲਾਂ ਅਤ ਜ਼ਰੂਰੀ ਹੈ ਕਿ ਸੋਚ ਇਸ਼ਨਾਨ ਕਰਕੇ ਕਮਾਈ ਵਿੱਚ ਜੁਟੇ। ਸਰੀਰਕ ਸਫਾਈ ਪਹਿਲਾਂ ਕਰਨੀ ਪਰਮ ਲਾਜ਼ਮੀ ਹੈ। ਮੈਦਾਨ ਜੰਗਲ ਪਾਣੀ ਜਾ ਕੇ ਦਾਤਣ ਕਰੇ, ਫੇਰ ਪੂਰਨ ਸ਼ੁੱਧਤਾ ਸਹਿਤ ਇਸ਼ਨਾਨ ਕਰਕੇ ਸੱਚੇ ਪਵਿੱਤਰ ਸਾਫ਼ ਬਸਤਰ ਸਜਾ ਕੇ ਅੰਮ੍ਰਿਤ ਵੇਲੇ ਰਾਤਰੀ ਦੇ ਪਿਛਲੇ ਪਹਿਰ ਨਾਮ ਜਪਣ ਹਿਤ ਜੁਟ ਕੇ ਬੈਠਣ ਲਈ ਤਿਆਰ ਹੋਵੇ। ਜਿਸ ਪ੍ਰਕਾਰ ਦੁੱਧ ਦੋਹਣ ਧਾਰ ਕੱਢਣ ਤੋਂ ਪਹਿਲਾਂ ਦੁੱਧ ਕੱਢਣ ਵਾਲੇ ਭਾਂਡੇ ਦੀ ਸਫਾਈ ਅਤੇ ਪਵਿੱਤਰਤਾ ਦਰਕਾਰ ਹੈ, ਇਸੇ ਪ੍ਰਕਾਰ ਨਾਮ ਅਭਿਆਸ ਕਰਮ ਕਮਾਈ ਰੂਪੀ ਦੁੱਧ ਦੋਹਣ ਲਈ ਪਹਿਲਾਂ ਸਰੀਰ ਦੀ ਸਫਾਈ ਅਤੇ ਪਵਿੱਤਰਤਾ ਅਤ ਲੋੜੀਂਦੀ ਸ਼ੈ ਹੈ। ਇਸ਼ਨਾਨ ਆਦਿਕ ਸਫਾਈ ਕੀਤਿਆਂ ਨਾ ਸਿਰਫ ਸਰੀਰ ਪਵਿੱਤਰ ਹੁੰਦਾ ਹੈ, ਬਲਕਿ ਤਨ ਕਰਕੇ ਸਾਵਧਾਨਤਾ ਅਤੇ ਸੁਚੇਤਤਾ ਹੋਏ ਆਉਂਦੀ ਹੈ। ਫੇਰ ਨਾਮ ਅਭਿਆਸ ਕਰਮ ਰੂਪੀ ਸਵਾਸਾਂ ਦਾ ਬਿਲੋਵਣ ਲਈ ਸੁਰਤ ਰੂਪੀ ਜਾਗ ਸਮਾਇਣ ਜਾਮਣ ਸੁਤੇ ਸੁਭਾਵ ਹੀ ਲੱਗ ਜਾਂਦਾ ਹੈ। ਯਤਨ ਕੇਵਲ ਇਤਨਾ ਹੀ ਕਰਨਾ ਪੈਂਦਾ ਹੈ ਕਿ ਨਾਮ ਗੁਰਮੰਤਰ ਰੂਪੀ ਸ਼ਬਦ ਦੀ ਆਹਤ ਆਵਾਜ਼ ਨਾਲ ਸੁਰਤੀ ਨੂੰ ਲਾਵੇ, ਜੋੜੇ। ਇਹ ਅਭਿਆਸੀ ਜਨ ਦਾ ਸੁਰਤ ਸ਼ਬਦਮਈ ਕਰਮ ਹੈ। ਸ਼ਬਦ ਸੁਰਤੀ ਨਾਮ ਅਭਿਆਸ ਕਰਨ ਲੱਗਿਆਂ ਹੋਰ ਆਸ਼ਾਵਾਂ ਵੱਲੋਂ ਨਿਰਾਸ਼ ਹੋ ਕੇ, ਹੋਰ ਸੰਕਲਪ ਵਿਕਲਪੀ ਖਿਆਲਾਂ ਤੋਂ ਨਿਰਖਿਆਲਾ ਹੋ ਕੇ ਜੁਟੇ। ਇੱਕ ਵਾਰ ਪਹਿਲਾਂ ਪ੍ਰਥਮੇ ਇਤਨੀ ਹੀ ਦਮ ਕਰਾਰੀ ਕਰਨ ਦੀ ਲੋੜ ਹੈ। ਫੇਰ ਨਾਮ ਅਭਿਆਸ ਸ਼ਬਦ ਸੁਰਤ ਦੀ ਪਾਰਸ ਕਲਾ ਆਪੇ ਹੀ ਸੁਰਤੀ ਨੂੰ ਲਿਵ ਮਗਨ ਕਰ ਲਵੇਗੀ। ਇਤਬਿਦ ਸਵਾਸ ਅਭਿਆਸੀ ਸ਼ਬਦ ਸੁਰਤਾਸੀ ਪਾਰਸ ਕਲਾ ਨਾਲ ਨਾਮ ਦੁੱਧ ਬਿਲੋਇਆ ਹੋਇਆ, ਰਿੜਕਿਆ ਹੋਇਆ ਤਤ ਜੋਤ ਰਹੱਸੀ ਆਤਮ ਵਿਗਸੀ ਮੱਖਣ ਉਪਜਾਉਂਦਾ ਹੈ। ਘਟ ਰੂਪੀ ਮਟਕੀ ਚਾਟੀ ਅੰਦਰ ਹੀ ਵਿਗਸਾਉਂਦਾ ਹੈ। ਇਸ ਘਟ ਰੂਪੀ ਮਟਕੀ ਅੰਦਰ ਨਾਮ ਅਭਿਆਸ ਰੂਪੀ ਸੁਰਤੀ ਸਵਾਸੀ ਜਾਗ ਵਾਲਾ ਦੁੱਧ ਦਹੀਂ ਅਧ ਰਿੜਕਾ ਮਲਾਈ ਵਾਲਾ ਦਹੀਂ ਬਿਲੋਇਆ ਰਿੜਕਿਆ ਜਾਂਦਾ ਹੈ। ਸਰੀਰ ਰੂਪੀ ਮਟਕੇ ਅੰਦਰ ਹੀ ਰਸ ਜੋਤ ਜਲਵਨੀ ਮੱਖਣ ਪਰਜੁਲਤ ਹੋ ਜਾਂਦਾ ਹੈ। ਜਿਵੇਂ ਦੁੱਧ ਰਿੜਕਣੇ ਮਧਾਣੇ ਦੇ ਨੇਤਰੇ ਦੀਆਂ ਗੁੱਲੀਆਂ ਈਟੀਆਂ ਦੋਹਾਂ ਹੱਥਾਂ ਵਿੱਚ ਫੜ ਕੇ ਮਧਾਣੇ ਨੂੰ ਦੁੱਧ ਰਿੜਕਣ ਲਈ ਹਿਲਾਈਦਾ ਹੈ, ਇਸੇ ਪ੍ਰਕਾਰ ਨਾਮ ਅਭਿਆਸ ਦਾ ਬਿਲੋਵਣ ਲਈ ਮਨ ਦੀਆਂ ਸੁਰਤੀਆਂ ਨੂੰ ਜੋੜ ਕੇ ਅਰਧ ਉਰਦੀ ਸਵਾਸਾਂ ਦਾ ਸੁਰਤ ਸ਼ਬਦ ਨਾਲ ਜੋੜਨਾ ਲਾਜ਼ਮੀ ਹੈ। ਇਵੇਂ ਜਿਵੇਂ ਨੇਤਰੇ ਦੀ ਗੁੱਲੀ ਇੱਕ ਹੱਥ ਨਾਲ ਫੜ ਕੇ ਤਾਂ ਆਪਣੇ ਵੱਲ ਖਿੱਚੀਦੀ ਹੈ ਅਤੇ ਦੂਜੇ ਹੱਥ ਵਾਲੀ ਗੁੱਲੀ ਢਿੱਲੀ ਛੱਡ ਕੇ ਪਰੇ ਨੂੰ ਜਾਣ ਦੇਈਦੀ ਹੈ, ਜਿਵੇਂ ਸ਼ਬਦ ਅਭਿਆਸ ਦਾ ਬਿਲੋਈਦਾ ਹੈ। ਸਵਾਸ ਸੁਰਤੀ ਨੂੰ ਖਿੱਚ ਕੇ ਵਾਹੇ ਅਰਥ ਸ਼ਬਦ ਨਾਮ ਨੂੰ ਤਾਂ ਉੱਪਰ ਨੂੰ ਅੰਦਰ ਗਤੀ ਲਿਜਾਈਦਾ ਹੈ ਅਤੇ ਜੋਤ ਚਮਕ ਪਾਰਸੀ ਗੁਰੂ ਨੂੰ ਰਸਨਾ ਤੋਂ ਰਸਾ ਕੇ ਰੜਕਾ ਕੇ ਬਾਹਰ ਵਾਰ ਨੂੰ ਕੱਢੀਦਾ ਹੈ। ਇਸ ਬਿਦ ਸ਼ਬਦ ਬਿਲੋਵਨੀ ਨੇਤਰੇ ਰੂਪੀ ਖੰਡਾ ਪੂਰਨ ਸੁਰਤ ਅਭਿਆਸ ਨਾਲ ਇੱਕ ਰਸ ਅਰਧ ਉਰਦੀ ਸਵਾਸਾਂ ਸੇਤੀ ਖੜਕਾਉਂਦੇ ਹੋਏ ਪੱਕੀ ਸਾਵਧਾਨਤਾ ਅਤੇ ਸੁਜਾਗਤਾ ਰਹਿੰਦੀ ਹੈ। ਕਦੇ ਆਲਸ ਨਹੀਂ ਆਉਂਦੀ। ਜਿਉਂ-ਜਿਉਂ ਬਿਲਾਉਂਦਿਆਂ ਰਸ ਤਤ ਜੋਤ ਰਹੱਸ ਉਗਮਣਾ ਆਰੰਭ ਹੁੰਦਾ ਹੈ, ਤਿਉਂ-ਤਿਉਂ ਸਵਾਸ ਅਭਿਆਸੀ ਖੰਡਾ ਪੂਰੀ ਜ਼ੋਰ ਭਰੀ ਸਾਵਧਾਨਤਾ ਨਾਲ ਵਧੇਰੇ ਤੋਂ ਵਧੇਰੇ ਖੜਕਦਿਆਂ ਫੇਰ ਆਤਮ ਰਸ ਦੇ ਬਿਸਮਾਦ ਸਵਾਦ ਦੇ ਅਧੀਨ ਆਪੋਂ ਹੀ ਸਾਵਧਾਨਤਾ ਸੁਚੇਤਨੀ ਚੇਤਨਤਾ ਆਏ ਸੰਧੂਰਤ ਹੁੰਦੀ ਹੈ, ਜੋ ਕਦੇ ਆਲਸ ਨਿੰਦਰਾ ਆਉਣ ਹੀ ਨਹੀਂ ਦਿੰਦੀ। ਪਹਿਲਾਂ ਯਤਨ ਜ਼ਰੂਰ ਕਰਨਾ ਪੈਂਦਾ ਹੈ ਅਤੇ ਯਤਨ ਨਾਲ
ਜਾਗਰਤ ਰੱਖਣ ਦਾ ਸੁਰਤ ਉਪਰਾਲਾ ਕਰਨਾ ਪੈਂਦਾ ਹੈ। ਇੱਕੁਰ ਬਿਲੋਵਣ ਦੇ ਸਿਲਸਿਲੇ ਵਿੱਚ ਸਪਸ਼ਟ ਤੌਰ ਤੇ ਰਸਨਾ ਕਰਕੇ ਸਵਾਸਾਂ ਦੀ ਸੇੜ ਅੰਦਰ ਨਾਮ ਜਾਪਦਾ ਹੁੰਦੇ ਰਹਿਣਾ ਪਰਮ ਜ਼ਰੂਰੀ ਹੈ। ਐਸਾ ਨਾ ਹੋਵੇ ਕਿ ਨਿਰੀ ਸਵਾਸਾਂ ਦੀ ਹੀ ਆਹਤ ਆਵਾਜ਼ ਰਹਿ ਜਾਵੇ। ਇਹ ਆਹਤੀ ਸਵਾਸ ਅਭਿਆਸ ਨਾਮ ਉਚਾਰਦੇ ਰਸ ਰੰਗਾਂ ਨਾਲ ਮਿਸ਼ਰਤ ਹੋਇਆ ਰਸਨਾ ਤੋਂ ਨਿਕਸਦਾ ਰਹਿਣਾ ਅਤਿਅੰਤ ਲੋੜੀਂਦਾ ਹੈ। ਨਹੀਂ ਤਾਂ ਫੋਕੀ ਸਵਾਸ ਧੌਂਕਣੀ ਦੀ ਹੌਂਕਣੀ ਨਾਲ ਅੰਮ੍ਰਿਤ ਤਤ ਰਸ ਅਮਿਓ ਮੱਖਣ ਨਹੀਂ ਨਿਕਲਣਾ, ਨਾ ਹੀ ਅਭਿਆਸ ਅਭਿਆਸਣੀਆਂ ਦੁੱਧ ਬਣਿਆ ਦੁੱਧ ਮੱਥਿਆ ਜਾਣਾ ਹੈ। ਇਸ ਬਿਧ ਦੁੱਧ ਦਾ ਮੱਥਣਾ ਰਿੜਕਣਾ ਅਕਾਰਤ ਹੀ ਜਾਵੇਗਾ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਧ ਅੰਮ੍ਰਿਤ ਪਾਵੋ। ਖਾਸ ਕਰ ਰਸਨਾ ਦੇ ਨਾਲ ਰਸ ਰੜਕ ਨਾਲ ਸਪਰਸ਼ ਕੇ ਪਾਰਸ ਸ਼ਬਦ ਗੁਰੂ ਦੀ ਧੁਨੀ ਦਾ ਧੁਨੰਤ ਹੋਣਾ ਅਤਿਅੰਤ ਹੀ ਲਾਜ਼ਮੀ ਸ਼ੈ ਹੈ। ਇਸੇ ਪ੍ਰਕਾਰ ਉੱਪਰ ਨੂੰ ਸਵਾਸ ਖਿੱਚਦਿਆਂ ਵਾਹ ਸ਼ਬਦ ਦੀ ਸਪਰਸ਼ਤਾ ਦੀ ਨਿਰਾਲਮੀ ਛੋਹ ਹਲਕ ਤਾਲੂ ਅਤੇ ਉੱਪਰਲੇ ਦਸਮ ਦੁਆਰੀ ਪੁਲਾੜ ਅੰਦਰ ਨਿਗਲੀ ਜਾਣੀ ਚਾਹੀਦੀ ਹੈ, ਨਹੀਂ ਤਾਂ ਬਿਸਮਾਦਤਾ ਜ਼ਾਇਆ ਹੋ ਜਾਵੇਗੀ। ਇਹ ਬਿਸਮਾਦਤਾ ਪਾਰਸ ਸ਼ਬਦ ਧੁਰੋਂ ਆਏ ਪਰ ਬਿਸਮਾਦੀ ਪਾਰਸ ਸ਼ਬਦ ਦੀ ਛੋਹ ਨਾਲ ਪਾਰਸ ਪ੍ਰਭਾਵੀ ਛੋਹ ਨਾਲ ਹੀ ਹੈ। ਸੁੱਕੇ ਹੇਠਾਂ ਉਤਾਹਾਂ ਲਏ ਸਾਹਾਂ ਦੇ ਚੜਾਓ ਉਤਰਾਓ ਵਿੱਚ ਇਹ ਪਾਰਸ ਕਲਾ ਨਹੀਂ ਧਰੀ ਪਈ। ਇਹ ਪਾਰਸ ਕਲਾ ਵਾਲਾ ਅੰਮ੍ਰਿਤ ਨਾਮ ਧੁਰ ਅਮਰ ਅਟਾਰਿਆਂ ਤੋਂ ਹੀ ਉਤਰਿਆ ਹੈ, ਕਿਸੇ ਦਾ ਬਣਾਇਆ ਨਹੀਂ ਬਣਿਆ। ਗੁਰੂ ਸਾਹਿਬ ਅਸਾਡੇ ਧੁਰ ਅਮਰ ਦਰਗਾਹੀ ਬਸੀਠ ਨੇ ਅਸਾਡੇ ਤੇ ਇਹ ਪਰਮ ਅਮਰ ਪ੍ਰਸਾਦੀ ਕਿਰਪਾ ਕੀਤੀ ਕਿ ਇਹ ਅੰਮ੍ਰਿਤ ਨਾਮ ਸਤਿਗੁਰੂ ਨੇ ਆਪਣੀ ਅੰਮ੍ਰਿਤ ਕਲਾ ਦੁਆਰੇ ਅਧਿਕਾਰੀ ਜਨਾਂ ਦੇ ਅੰਤਰ ਆਤਮੇ ਪ੍ਰਵੇਸ਼ ਕਰਨ ਦਾ ਧੁਰਵਾ ਬੰਨਿਆ। ਨਹੀਂ ਤਾਂ ਅਲਪੱਗ ਜੀਵਾਂ ਨੂੰ ਆਪਣੇ ਚਤੁਰਾਈ ਭਰੀ ਕਲਾਕਾਰੀ ਦੁਆਰਾ ਇਸ ਪਾਰਸ ਭੂਤੀ ਅੰਮ੍ਰਿਤ ਨਾਮ ਨੂੰ ਵਰਤਣ ਦਾ ਕੀ ਚੱਜ ਹੋ ਸਕਦਾ ਹੈ। ਆਪੋਂ ਬਣੇ ਆਪ ਹੁਦਰੇ ਬਨਾਵਟੀ ਸੰਤਾਂ ਦੀ ਜੁਗਤੀ ਸਭ ਬਨਾਵਟੀ ਕੁਚੱਜਤਾ ਵਾਲੀ ਹੀ ਹੁੰਦੀ ਹੈ। ਸੱਚਾ ਸੁਚੱਜ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਨੇ ਆਪਣੀ ਅਮਰ ਕਲਾ ਵਾਲੀ ਗੁਰਦਰਗਾਹੋਂ 5 ਜਨਾਂ ਦੇ ਪੰਚਾਇਣੀ ਸੀਨਿਆਂ ਅੰਦਰ ਅਮਰ ਜੁਗਤੀ ਨਾਲ ਜੁਗਤਾ ਕੇ ਪਰਚੁਰ ਕੀਤਾ ਤਾਂ ਕਿ ਪਾਰਸ ਰੂਪੀ ਅੰਮ੍ਰਿਤ ਨਾਮ ਦੀ ਪਾਰਸ ਕਲਾ ਦੀ ਛੋਹ ਅਛੋ ਨਾ ਹੋ ਜਾਵੇ। ਮੁੱਖ ਰਸਨਾ ਸੇਤੀ ਅੰਮ੍ਰਿਤ ਕਲਾਵੀ ਪਾਰਸ ਦਾ ਪਰਸਿਆ ਜਾਣਾ ਗੁਰਮਤ ਦੀ ਸਾਜ਼ ਸੁਰਾਜ਼ੀ ਗੋਝ ਜੁਗਤੀ ਹੈ, ਜੋ ਗੁਰਮੁਖਾਂ 5 ਜਨਾਂ ਦੇ ਰਾਜ਼ ਮਰਮੀ ਸੀਨਿਆਂ ਅੰਦਰ ਪੁਸ਼ਤ ਬਪੁਸ਼ਤੀ ਪ੍ਰਚਲਿਤ ਹੋਈ ਚਲੀ ਆਉਂਦੀ ਹੈ, ਜੋ ਸ੍ਰੀ ਗੁਰੂ ਨਾਨਕ ਦਸ਼ਮੇਸ਼ ਦੇ ਸਮੇਂ ਤੋਂ ਲਾ ਕੇ ਲਗਾਤਾਰ ਚਲੀ ਆਉਂਦੀ ਹੈ। ਮਨਮੁੱਖਾਂ ਨੂੰ ਇਸ ਗੱਲ ਦਾ ਭੇਦ ਨਹੀਂ ਖੁੱਲਦਾ, ਨਾ ਹੀ ਖੁੱਲਣਾ ਚਾਹੀਦਾ ਹੈ। ਗੁਰਮਤ ਦਰਸਾਇਆ ਇਹ ਸਰਬੋਤਮ ਕਰਮ ਨਾਮ ਅਭਿਆਸ ਦੀ ਜੁਗਤੀ ਦਾ 5 ਪ੍ਰਵਾਨ 5 ਪ੍ਰਧਾਨ ਗੁਰਮੁਖ ਪਿਆਰਿਆਂ ਨੂੰ ਹੀ ਸੁਸ਼ੋਭਤ ਹੈ। ਹੋਰ ਥੈਂ ਸ਼ੋਭਾ ਨਹੀਂ ਪਾਉਂਦਾ, ਨਾ ਹੀ ਹੋਰ ਥੈਂ ਇਸ ਅੰਮ੍ਰਿਤ ਕਰਮ ਦਾ ਮਰਮ ਕਿਤੇ ਪਾਇਆ ਜਾਂਦਾ ਹੈ। ਬਸ ਕੇਵਲ ਗੁਰੂ ਘਰ ਵਿਖੇ ਹੀ ਮਹਿਫੂਜ਼ ਹੈ। ਇਹ ਤਾਂ ਉੱਪਰਲੇ ਗੁਰਵਾਕ ਦੇ ਪਹਿਲੇ 2 ਅੰਕਾਂ ਦਾ ਅਨੁਵਾਦ ਹੈ। ਦੂਜੇ 2 ਅੰਕਾਂ ਵਿੱਚ ਆਨਮਤੀਆਂ ਦੀ ਪਖੰਡ ਰੂਪ ਠਾਕੁਰ ਪੂਜਾ ਦਾ ਖੰਡਨ ਕਰਕੇ ਸੱਚੇ ਗੁਰਮਤ ਕਰਮ ਨੂੰ ਇਸ ਦੇ ਮੁਕਾਬਲੇ ਤੇ ਪ੍ਰਸਿੱਧ ਕਰਕੇ ਪ੍ਰਧਾਨ ਜਣਾਇਆ ਹੈ। ਆਨਮਤੀ ਕਰਮਾਚਾਰੀ ਪਾਹਨ ਪੱਥਰਾਂ ਦੇ ਠਾਕੁਰ ਬਣਾ ਕੇ ਸੰਪਟੀ ਬੰਦ ਡੱਬੇ ਵਿੱਚ ਰੱਖਦੇ ਹਨ, ਨਦੀ ਵਿੱਚ ਨਵਾਲਦੇ ਹਨ, ਪੱਤਿਆਂ ਪੱਤਰਾਂ ਤੇ ਫੁੱਲਾਂ ਦੇ ਚੜਾਵੇ ਚੜਾ ਕੇ ਆਪਣੇ ਮਨ ਮੰਨੇ ਅਤੇ ਖੁਦ ਘੜੇ ਹੋਏ ਠਾਕਰਾਂ ਨੂੰ ਪ੍ਰਸੰਨ ਕਰਦੇ ਹਨ। ਇਸ ਪ੍ਰਕਾਰ ਦੀ ਪੂਜਾ ਵਾਲੇ ਆਨਮਤੀ ਕਿਰਿਆ ਕਰਮ ਦੇ ਮੁਕਾਬਲੇ ਵਿੱਚ ਰੱਬ ਦੇ ਰਜਾਉਣ ਵਾਲੀ ਅਸਲੀ ਗੁਰਮਤ ਅਗਲੇ 2 ਅੰਕਾਂ ਵਿੱਚ ਇਸ ਪ੍ਰਕਾਰ ਦਰਸਾਉਂਦੇ ਹਨ। ਅਸਾਡੇ ਗੁਰੂ ਨਾਨਕ ਸਾਹਿਬ ਜੀ ਕੇ ਹਿਰਦੇ ਅੰਦਰ ਹਰੀ ਨੂੰ ਨਾਮ ਅਭਿਆਸ ਦੁਆਰਾ ਵਸਾ ਕੇ ਗੁਰੂ ਘਰ ਦੇ ਸਤਸੰਗ ਦਰਬਾਰ ਵਿੱਚ ਨਿਤਾਪ੍ਰਤ ਹਾਜ਼ਰੀ ਭਰ, ਜਿਸ ਕਰਕੇ ਸਾਰੀਆਂ ਕਦੂਰਤਾਂ ਦੂਰ ਹੋ ਜਾਂਦੀਆਂ ਹਨ ਅਤੇ ਇਹ ਮਨੁਆ ਵੀ ਸਵੱਛ ਹੋ ਕੇ ਨਿਰਮਲਤਾ ਵਾਲਾ ਹੋ ਜਾਂਦਾ ਹੈ ਅਤੇ ਪ੍ਰੇਮ ਦਾ ਚੜਾਵਾ ਚੜਾ ਕੇ ਅਤੇ ਜੀਵਨ ਕੁਰਬਾਨੀ ਦੀ ਆਹੂਤੀ ਦੇ ਕੇ ਪੂਜਾ ਕਰਨ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ ਤੇ ਟੁੱਟ ਕੇ ਆਪਣਾ ਸਦੀਵੀ ਦਰਸ ਮਿਲਾਪ ਬਖਸ਼ਦਾ ਹੈ। ਮਨ ਹਿਰਦੇ ਨੂੰ ਹਰੀ ਦੇ ਨਿਵਾਸ ਦਾ ਘੱਟ ਸੰਪਟੀ ਡੱਬਾ ਬਣਾਵੇ ਅਤੇ ਗੁਰੂ ਘਰ ਦੀ ਸਤ ਸੰਗਤ ਦੇ ਸਰੋਵਰ ਵਿੱਚ
ਇਸ ਦਾ ਅੰਮ੍ਰਿਓ ਮੱਜਨੀ ਇਸ਼ਨਾਨ ਕਰੇ ਅਤੇ ਸ਼ਰਧਾ ਭਾਵਨੀ ਦੇ ਫੁੱਲ ਪੱਤਰ ਚੜਾ ਕੇ ਪਤੀ ਪਰਮੇਸ਼ਰ ਰੂਪੀ ਦੇਵਤੇ ਦੀ ਸੱਚੀ ਪ੍ਰਸੰਨਤਾ ਲਵੇ। ਆਪਣੇ ਪ੍ਰਾਣ ਤੱਕ ਵੀ ਅਰਪਣ ਕਰਕੇ ਸੇਵਕ ਜਨ ਸੇਵਾ ਰੂਪੀ ਪੂਜਾ ਕਰੇ, ਤਦ ਜਾ ਕੇ ਉਹ ਸੱਚੇ ਪ੍ਰੀਤਮ ਖਸਮ ਦਾ ਸੰਜੋਗ ਰਸ ਮਾਣ ਸਕਦਾ ਹੈ। ਸ਼ਰਧਾ ਭਾਵਨੀ ਰੂਪ ਪੁਜਾਰੀ ਪਰਮਾਤਮ ਦੇਵਤਾ ਨੂੰ ਤ੍ਰਿਪਤ ਕਰ ਸਕਦਾ ਹੈ। ਸਾਹਿਬ ਸਚੜੇ ਪਤੀ ਨੂੰ ਰਾਵਣ ਦਾ ਇੱਕੋ ਇੱਕ ਜ਼ਰੀਆ ਇਹੋ ਹੈ ਕਿ ਪ੍ਰਾਣ ਮਨ ਤਨ ਸਭ ਕੁਝ ਉਸ ਦੀ ਸੇਵਾ ਦੇ ਮਾਰਗ ਵਿੱਚ ਅਰਪ ਦੇਵੇ। ਕਹਿਣ ਵਾਲੇ ਹੋਰ ਪੂਜਾਵਾਂ ਵਿੱਚ ਖਚਤ ਹੋ ਕੇ ਆਨ ਦੇਵ ਸੇਵਾ ਦੀ ਮਹੱਤਤਾ ਵਿੱਚ ਦੁਨੀਆ ਤੋਂ ਵਿਦਾ ਹੁੰਦੇ ਚਲੇ ਜਾਂਦੇ ਹਨ, ਪਰੰਤੂ ਹੇ ਵਾਹਿਗੁਰੂ, ਤੇਰੇ ਸੰਸਰ ਦਾ ਨਾ ਕੋਈ ਹੋਰ ਹੋਇਆ ਹੈ ਨਾ ਹੋਵੇਗਾ। ਭਗਤੀ ਤੋਂ ਹੀਣਿਆਂ ਦੀ ਇਹੀ ਜਾਚਨਾ ਹੋਣੀ ਚਾਹੀਦੀ ਹੈ ਕਿ ਇੱਕੋ ਵਾਹਿਗੁਰੂ ਦੀ ਸਿਫਤ ਸਲਾਹੀ ਸਾਲਾਹੁਣ ਕਰਮ ਕਮਾਉਣ ਨੂੰ ਮਿਲੇ। ਆਨ ਦੇਵ ਸੇਵ ਟੇਵ ਉੱਕੀ ਹੀ ਮਿਟ ਜਾਵੇ। ਸ੍ਰੀ ਗੁਰੂ ਨਾਨਕ ਸਾਹਿਬ ਭਗਤ ਹੀਣਾ ਨੂੰ ਸੱਚਾ ਭਗਤੀ ਭਾਵ ਵਾਲਾ ਪ੍ਰਧਾਨ ਕਰਮ ਜਣਾਉਂਦੇ ਦੜਾਉਂਦੇ ਹਨ, ਜਿਸ ਪ੍ਰਧਾਨ ਗੁਰਮੁਖ ਕਰਮ ਦੇ ਬਰੋਬਰ ਹੋਰ ਕੋਈ ਕਰਮ ਨਹੀਂ, ਨਾ ਕੋਈ ਧਰਮ ਹੀ ਹੈ।